NIA ने जिहड़ा एक्ट किया है शैली शर्मा के घर डॉक्टर शैली शर्मा के घर रेड की है विदाउट फॉलोइंग दी प्रोसीजर। ਉਹਦਾ लैपटॉप भी चैक किया, ਉਹਦੇ घर सारी चीज़ों की चैकिंग हुई है, कुछ नहीं मिलिया। ਇਹ ਜਿਹੜਾ ਹੀ जुडिशियल प्रोसैस है ਇਹ उस पर अटैक है, ਇਹ ਇਕੱਲੇ वकीलों का अटैक नहीं है। मेरे को 8 से 10 लाख की ऑफर दी जाती है कि तुझे पैसे ले लो, दस दो कितने कुड़ी मंडे लिखे आप चक लेना और ताड़ा कोई नाम नहीं आएगा। मेरे घर से पूरे सर्च करते विदाउट एनी सर्च वारंट, विदाउट एनी लोकल पुलिस, और मेरी वाइफ को ले जाके इधर उधर सर्च करते, फिर मेरी वाइफ का मोबाइल भी छीन लेते हैं। अब वो मेरे को प्रेशर बना रहे हैं कि तुझे केस वापस ले लो नहीं तो कुछ कर देंगे। अभी भी मेरे को थ्रेट्स आ रही हैं। ਸਤਿ ਸ੍ਰੀ ਅਕਾਲ, ਓਨੇਅਰ ਦੇਖ ਰਹੇ ਹੋ, ਮੈਂ ਤੁਹਾਡੇ ਨਾਲ ਅਕਸ਼ਦੀਪ ਸਿੰਘ। ਹਾਲ ਹੀ ਦੇ ਵਿੱਚ ਚੰਡੀਗੜ੍ਹ ਦੀ ਐਡਵੋਕੇਟ ਡਾਕਟਰ ਸ਼ੈਲੀ ਸ਼ਰਮਾ ਦੇ ਘਰ NIA ਯਾਨੀ ਕਿ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਰੇਡ ਮਾਰੀ, ਜਿਸ ਤੋਂ ਬਾਅਦ ਇਹ ਮਾਮਲਾ ਕਾਫੀ ਭਖ ਗਿਆ। ਪੰਜਾਬ ਐਂਡ ਹਰਿਆਣਾ ਦੇ ਐਡਵੋਕੇਟਸ ਨੇ ਮੋਰਚਾ ਖੋਲ੍ਹ ਦਿੱਤਾ ਹੈ ਕਿਉਂਕਿ ਕੰਮਕਾਜ ਜਿਹੜਾ ਆ ਐਡਵੋਕੇਟਸ ਵੱਲੋਂ ਬੰਦ ਕਰ ਦਿੱਤਾ ਗਿਆ ਹੈ। ਸਿਵਲ ਤੇ ਕ੍ਰਿਮੀਨਲ ਕੇਸ ਜਿਹੜੇ ਨੇ ਉਹ ਪ੍ਰਭਾਵਿਤ ਹੋ ਰਹੇ ਨੇ। ਮੇਰੇ ਨਾਲ ਗੱਲਬਾਤ ਕਰਨ ਦੇ ਲਈ ਐਡਵੋਕੇਟ ਜਸਮੀਤ ਸਿੰਘ ਭਾਟੀਆ ਮੌਜੂਦ ਨੇ। ਗੱਲਬਾਤ ਕਰਦੇ ਹਾਂ ਕਿਉਂਕਿ 2 ਦਿਨ ਤੋਂ ਵੱਧ ਸਮਾਂ ਹੋ ਚੁੱਕਿਆ ਇਹਨਾਂ ਵੱਲੋਂ ਹੜਤਾਲ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਕਿਵੇਂ ਦੇਖਦੇ ਹੋ NIA ਨੇ ਰੇਡ ਕੀਤੀ ਹੈ? देखो जी, ये बहुत मंदभागी गल्लां अजकल साडे सोसाइटी ते लॉयर्स दे उत्ते हो रही है क्योंकि NIA ने जिहड़ा एक्ट किया है जी शैली शर्मा के घर डॉक्टर शैली शर्मा के घर रेड की है विदाउट फॉलोइंग दी प्रोसीजर। जी उन्होंने ना दसिया कि वो अक्यूज हैगी है या वो एदा विटनैस हैगी है। सर्च मीमो विच क्लीयरली लिखिया है कि वो घर कोई होर चीज़ नहीं मिली, वो लैपटॉप भी चैक किया, वो घर सारी चीज़ों की चैकिंग हुई है, कुछ नहीं मिलिया। ਜਦੋਂ ਉਹਨਾਂ ਨੂੰ ਕੁਝ ਨਹੀਂ ਮਿਲਿਆ ਤੇ ਉਹ ਆਪਣਾ ਕੇਸ ਬਣਾਉਣ ਦੇ ਚੱਕਰ 'ਚ ਉਹਨਾਂ ਦੇ ਫੋਨ ਚੱਕ ਕੇ ਨਾਲ ਲੈ ਗਈ ਹੈ। ਜਦ ਕਿ ਸੈਕਸ਼ਨ 126 ਐਵੀਡੈਂਸ ਐਕਟ ਬੜਾ ਕਲੀਅਰਲੀ ਕਹਿੰਦਾ ਹੈ ਕਿ ਜੋ ਇੱਕ ਵਕੀਲ ਆਪਣੇ ਕਲਾਇੰਟ ਨਾਲ ਗੱਲ ਕਰਦਾ ਹੈ ਉਹ ਪ੍ਰਿਵਿਲੇਜ ਡਾਕੂਮੈਂਟ ਨੇ, ਉਹ ਪ੍ਰਿਵਿਲੇਜ ਗੱਲਾਂ ਨੇ, ਉਹ ਕੋਈ ਉਹਨੂੰ ਫੇਅਰ ਟ੍ਰਾਇਲ ਦੇ ਬੇਸਿਸ ਤੇ ਨੈਚੁਰਲ ਜਸਟਿਸ ਦੇ ਬੇਸਿਸ ਤੇ ਉਹਦੇ ਵਿੱਚ ਕੋਈ ਨਹੀਂ ਆ ਸਕਦਾ। ਇਹ ਇੱਕ ਅਟੈਕ ਹੈ ਉਸ ਪੂਰੀ ਪ੍ਰਤੀਕਿਰਿਆ ਤੇ। ਇਹ ਜਿਹੜਾ ਹੀ जुडिशियल प्रोसैस है ਇਹ ਉਸ 'ਤੇ ਅਟੈਕ ਹੈ, ਇਹ ਇਕੱਲੇ ਵਕੀਲਾਂ ਦਾ ਅਟੈਕ ਨਹੀਂ ਹੈ, ਇਹ जुडिशियल प्रोसैस 'ਤੇ ਅਟੈਕ ਹੈ। ਅਕਿਊਜ਼ਡ ਨੂੰ ਫੇਅਰ ਟ੍ਰਾਇਲ ਦੇਣਾ ਕੋਰਟ ਦੀ ਕੌਨਸਟੀਟਿਊਸ਼ਨ ਦੀ 100% ਦੇਣ ਦੀ ਗਾਰੰਟੀ ਹੈਗੀ ਹੈ। ਜੇ ਆਪਾਂ ਅਕਿਊਜ਼ ਨੂੰ ਉਹ ਚੀਜ਼ ਨਹੀਂ ਦੇ ਪਾ ਰਹੇ ਤੇ ਕੌਨਸਟੀਟਿਊਸ਼ਨ ਦੀ ਖੰਡਤਾ ਹੋ ਰਹੀ ਹੈ ਤੇ ਬਿਲਕੁਲ ਇਲੀਗਲ ਐਕਸ਼ਨ ਹੈਗਾ ਜਿਹੜਾ ਉਹਨਾਂ ਦੇ ਫੋਨ ਚੱਕ ਕੇ ਲੈ ਕੇ ਗਏ ਨੇ ਜੀ। ਜਿਵੇਂ ਪੰਜਾਬ ਦਾ ਮਾਹੌਲ ਦੇਖੇ ਤਾਂ ਗੈਂਗਸਟਰਵਾਦ ਜਿਹੜਾ ਵੱਧਦਾ ਜਾ ਰਿਹਾ, ਉਸ ਨੂੰ ਠੱਲ ਪਾਉਣ ਦੀ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਭਾਵੇਂ ਉਹ ਦੀਪਕ ਟੀਨੂ ਹੋਏ ਜਿਹੜਾ ਫਰਾਰ ਹੈ, ਉਸ ਨੂੰ ਜਿਹੜਾ ਦਿੱਲੀ ਸਪੈਸ਼ਲ ਸੈੱਲ ਨੇ ਜਿਹੜਾ ਗ੍ਰਿਫਤਾਰ ਵੀ ਕਰ ਲਿਆ। ਸ਼ੈਲੀ ਸ਼ਰਮਾ ਦੀ ਗੱਲ ਕਰੀਏ ਤਾਂ NIA ਨੇ ਰੇਡ ਮਾਰੀ, ਫੋਨ ਵੀ ਜ਼ਬਤ ਕਰ ਲਏ ਦੋਵੇਂ, ਤੇ ਲੱਗਦਾ ਹੈ ਕਿ ਉਹਨਾਂ ਵਿੱਚੋਂ ਕੰਟੈਕਟਸ ਖੰਗਾਲਣ ਦੀ ਜਿਹੜੀ ਹੈ ਕੋਸ਼ਿਸ਼ ਕਰ ਰਹੀ ਹੋਵੇ NIA, ਇਸ ਕਰਕੇ ਰੇਡ ਮਾਰੀ ਗਈ ਹੈ। ਜਾਂ ਤੁਹਾਨੂੰ ਕੀ ਲੱਗਦਾ ਹੈ ਪਰੇਸ਼ਾਨ ਕੀਤਾ ਜਾ ਰਿਹਾ? ਬਿਲਕੁਲ ਪਰੇਸ਼ਾਨ ਕੀਤਾ ਜਾ ਰਿਹਾ क्योंकि अगर एक वकील ते कोर्ट एक अक्यूज्ड ਨੂੰ whether he is an accused or not, it is to be proved after the trial। ਉਹ ਜਿਹੜਾ ਪ੍ਰੋਸੈਸ ਹੈ ਜੇ ਉਹ ਪ੍ਰੋਸੈਸ ਫੋਲੋ ਨਹੀਂ ਹੋਏਗਾ ਤੇ ਕਿੱਦਾਂ ਪਤਾ ਲੱਗੇਗਾ? ਜੇ ਵਕੀਲ ਆਪਣੇ ਕਲਾਇੰਟ ਨਾਲ ਗੱਲ ਨਹੀਂ ਕਰ ਸਕਦਾ, ਜੇ ਵਕੀਲ ਆਪਣੇ ਕਲਾਇੰਟ ਨੂੰ ਕਿੱਦਾਂ ਗੱਲ ਕਰੇਗਾ? ਫੋਨ ਤੇ ਗੱਲ ਕਰੇਗਾ ਕਿ ਹੋਰ ਕੋਈ ਪ੍ਰੋਸੀਜਰ ਜਾਂ ਉਹਦੇ ਡਾਕੂਮੈਂਟ ਹੋਣਗੇ? ਜੇ ਉਹੀ NIA ਲੈ ਜਾਏਗੀ ਤਾਂ ਕਿੱਦਾਂ ਉਹਨੂੰ ਪ੍ਰੋਟੈਕਟ ਕਰ ਸਕਦੇ ਆ ਤੇ ਕਿੱਦਾਂ ਉਹਨੂੰ ਆਪਣਾ ਡਿਫੈਂਡ ਕਰ ਸਕਦੇ ਨੇ? ਇਹ ਤਾਂ NIA ਪਹਿਲਾਂ ਹੀ ਪ੍ਰਜ਼ਿਊਮ ਕਰਕੇ ਚੱਲ ਰਹੀ ਹੈ ਕਿ ਡਾਕਟਰ ਸ਼ੈਲੀ ਸ਼ਰਮਾ ਇਸ 'ਚ ਇਨਵੋਲਵਡ ਹੈਗੀ ਹੈ, ਜਦ ਕਿ ਦੇਰ ਇਜ਼ ਨੋ ਸੱਚ ਪ੍ਰੂਫ, ਦੇਰ ਇਜ਼ ਨਥਿੰਗ ਆਫ ਦੈਟ ਸੌਰਟ, ਦੇਰ ਇਜ਼ ਨੋ ਏਡਿੰਗ ਬਾਈ ਹਰ, ਇਟ ਇਜ਼ ਟੋਟਲੀ ਇਲੀਗਲ ਐਂਡ ਅਨਜਸਟ ਐਕਸ਼ਨ। ਤੁਹਾਨੂੰ ਇਹ ਨਹੀਂ ਲੱਗਦਾ ਕਿਉਂਕਿ ਪੰਜਾਬ ਦੇ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਹੈ, ਜਿਵੇਂ ਗੈਂਗਸਟਰਵਾਦ ਦੀ ਮੈਂ ਪਹਿਲਾਂ ਗੱਲ ਕਰਕੇ ਹਟਿਆ, ਕਿਉਂਕਿ ਸ਼ੈਲੀ ਸ਼ਰਮਾ ਉਹ ਐਡਵੋਕੇਟ ਨੇ ਜਿਨ੍ਹਾਂ ਕੋਲੋਂ ਜ਼ਿਆਦਾਤਰ ਗੈਂਗਸਟਰਸ ਦੇ ਕੇਸ ਆਉਂਦੇ ਨੇ, ਭਾਵੇਂ ਜੱਗੂ ਭਗਵਾਨਪੁਰੀਆ ਹੋਵੇ ਜਾਂ ਹੋਰ ਕਈ ਗੈਂਗਸਟਰ ਹੋਣ। ਇਸ ਕਰਕੇ NIA ਨੇ ਰੇਡ ਮਾਰੀ ਕਿ ਉਹਨਾਂ ਤੋਂ ਕੁਛ ਨਾ ਕੁਛ ਜਿਹੜਾ ਆ ਕੰਟੈਕਟਸ ਮਿਲ ਸਕਦੇ ਨੇ, ਜਾਂ ਜਿਨ੍ਹਾਂ ਨਾਲ ਜੋ ਵੀ ਕਲਾਇੰਟ ਆਉਂਦੇ ਨੇ ਗੱਲਬਾਤ ਹੁੰਦੀ ਹੈ ਉਹ ਜਿਹੜੀ ਆ ਖੰਗਾਲਣ ਦੀ ਕੋਸ਼ਿਸ਼ ਕਰ ਰਹੀ ਹੋਵੇ, ਕਿਤੇ ਨਾ ਕਿਤੇ ਤਾਰ ਜੋੜਦੀ ਹੋਵੇ ਤਾਂ ਉਸ ਚੈਨ ਨੂੰ ਕਿਤੇ ਬ੍ਰੇਕ ਕੀਤਾ ਜਾਵੇ। ਮੈਂ ਤੁਹਾਨੂੰ ਪਹਿਲਾਂ ਵੀ ਹੁਣ ਮੈਂ ਦੁਬਾਰਾ ਰਿਪੀਟ ਕਰ ਰਿਹਾ, ਇਹ ਸਾਡਾ ਕੌਨਸਟੀਟਿਊਸ਼ਨ ਤੇ ਐਵੀਡੈਂਸ ਐਕਟ ਸੈਕਸ਼ਨ 126 ਤੋਂ 129 ਬੜਾ ਕਲੀਅਰਲੀ ਕਹਿੰਦੇ ਨੇ ਕਿ ਜਿਹੜੇ ਵੀ ਤੁਸੀਂ ਇੱਕ ਕਲਾਇੰਟ ਨਾਲ ਵਕੀਲ ਗੱਲ ਕਰਦਾ ਜੀ, ਉਹ ਨਾ ਤੁਸੀਂ ਉਹਨੂੰ ਐਜ਼ ਐਵੀਡੈਂਸ ਲੈ ਸਕਦੇ ਹੋ, ਉਹਨੂੰ ਪੂਰਾ ਪ੍ਰੋਟੈਕਟ ਕਰਨ ਦਾ ਹਰ ਇੱਕ ਵਕੀਲ ਕੋਲ ਰਾਈਟ ਹੈਗਾ, ਤੇ ਜੇ ਤੁਸੀਂ ਉਹ ਰਾਈਟ ਨੂੰ ਇਨਫਰਿੰਜ ਕਰਦੇ ਹੋ ਤੇ ਤੁਸੀਂ ਖੁਦ ਇਲੀਗਲ ਐਕਟੀਵਿਟੀਜ਼ ਕਰ ਰਹੇ ਹੋ।
ਤੇ ਮੈਂ ਇਹ ਐਕਸਟੈਂਟ ਤੱਕ ਕਹੂੰਗਾ ਕਿ NIA ਇਸ ਪ੍ਰੋਸੀਡਿੰਗ ਇਲੀਗਲੀ। ਹੋਰ ਇਹ ਵਕੀਲਾਂ ਤੇ ਪੁਲਿਸ ਦਾ ਹੁਣੇ ਤੋਂ ਨਹੀਂ ਚੱਲ ਰਿਹਾ, ਇਹ ਪਿਛਲੇ ਕੁਝ ਮਹੀਨਿਆਂ ਤੋਂ ਬੜੇ ਵਕੀਲਾਂ ਦੇ ਖਿਲਾਫ ਬੜੇ ਅਨਜਸਟ ਤਰੀਕੇ ਹੋ ਰਹੇ ਨੇ। ਇਹ ਸਾਡੇ ਵਕੀਲ ਸਾਹਿਬ ਨੇ ਸਰਵੇਸ਼ ਗੁਪਤਾ ਜੀ, ਇਹਨਾਂ ਦੇ ਘਰ ਇਹ ਨਇਆ ਗਾঁव ਰਹਿੰਦੇ ਨੇ ਜੀ, ਇਹਨਾਂ ਦੇ ਘਰ ਗੁੜਗਾਉਂ ਪੁਲਿਸ ਨੇ ਆ ਕੇ ਇਹਨਾਂ ਦੀ ਵਾਈਫ ਨੂੰ ਨਾਲ ਲੈ ਕੇ ਇਲੀਗਲ ਤਰੀਕੇ ਨਾਲ ਰੇਡ ਕੀਤੀ ਘਰ 'ਚ, ਜਦ ਕਿ ਨਾ ਕੋਈ ਅਕਿਊਜ਼ਡ ਨਾ ਕੋਈ ਕੁਛ। ਹੁਣ ਉਹਨਾਂ ਦੇ ਖਿਲਾਫ ਕੇਸ ਚੱਲ ਰਿਹਾ, ਹਾਈ ਕੋਰਟ ਨੇ ਜੁਡੀਸ਼ੀਅਲ ਨੋਟਿਸ ਲਿੱਤਾ ਹੈ, ਲੇਕਿਨ ਪੁਲਿਸ ਅੱਜ ਦੀ ਡੇਟ 'ਚ ਇੰਨੀ ਐਕਸਟੈਂਟ ਤੱਕ ਜਾ ਰਹੀ ਹੈ ਵਕੀਲਾਂ ਦੇ ਖਿਲਾਫ, ਜੋ ਕਿ ਬਿਲਕੁਲ ਕਾਨੂੰਨੀ ਤੌਰ ਤੇ ਬਿਲਕੁਲ ਗਲਤ ਹੈ ਤੇ ਇੱਕ ਸੋਵਰੈਨਿਟੀ ਦੇ ਵਕੀਲਾਂ ਤੇ ਅਟੈਕ ਹੈ। ਜੀ ਜਿਵੇਂ ਤੁਸੀਂ ਕੇਸ ਦੀ ਗੱਲ ਕੀਤੀ ਹੈ ਕਿ ਹਾਈ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਆ, ਜਿਵੇਂ ਗੁਰੂਗ੍ਰਾਮ ਦੀ ਆ ਕੇ ਪੁਲਿਸ ਨੇ ਜਿਵੇਂ ਤੁਹਾਡੇ ਨਾਲ ਜੋ ਵੀ ਗੱਲਬਾਤ ਕੀਤੀ ਆ, ਤੁਹਾਨੂੰ ਪਰੇਸ਼ਾਨ ਕੀਤਾ, ਤੁਸੀਂ ਤੇ ਇਹ ਕਹਿ ਰਹੇ ਹੋ। आई हैव फाइल्ड द प्रोटेक्शन मैटर इन गुड़गांव की पार्टी थी, मेरे को लाई, मेरे को मैं प्रोटेक्शन फाइल करती, जो प्रोटेक्शन फाइल की ऑनलाइन पता लगता किस वकील ने केस फाइल किया। पुलिस मेरे को कॉल करती है कि मैं महेंद्रगढ़ से ASI महेश कुमार बोल रहा हूँ और हाई कोर्ट से आपसे मिलना है। मैं कहा जो मैं हाई कोर्ट बैठा हूँ, मेरे रूम से 3 नंबर रूम से आते 3 पुलिस वाले प्लस 4 अनपछाते बंदे मेरे से कहते ये नितिन और टीना नाम के कुड़ी मुंडे हैं, थोड़े को लाए हैं, तुम इन्होंने दसो। मैं कहा आप कहते तुम दस दे, मैं कहा मेरे को लाए, मैं केस फाइल किया है। फिर मेरे को 8 से 10 लाख की ऑफर दी जाती है कि तुम पैसे ले लो, दस दो कितने कुड़ी मुंडे लिखे आप चक लेना और तुहाडा कोई नाम नहीं आएगा। मैं कहा तुहानू मैं अदनर कराऊंगा कि तुम मेरे दोबारा पैसे गल की। फिर मैं हाई कोर्ट हूँ, मेरे घर जाके मेरे घर से पूरे सर्च करते विदाउट एनी सर्च वारंट, विदाउट एनी लोकल पुलिस, और मेरी वाइफ को ले जाके इधर उधर सर्च करते, फिर मेरी वाइफ का मोबाइल भी छीन लेते हैं। फिर गुड़गांव, मतलब ये पुलिस कितनी हद तक बढ़ सकती है आप देख सकते हो कि हम केस नहीं फाइल कर सकते। अगर केस फाइल किया कोई गुनाह नहीं किया, क्लाइंट मेरे को लाए, क्लाइंट की सेफ साइड के लिए मैं केस लड़ना है। अगर मैं पैसे लेके उन्हें दस्ता तो मैं सही हूँ, अगर मैं पैसे नहीं लेते तो मैं गलत हूँ। विदाउट एनी FIR, मेरे खिलाफ कोई FIR नहीं, ना ही मैं कोई गुनाह किया, केस फाइल किया है। फिर चलो जज साहब ने बड़ा अच्छा ऑर्डर किया, तीनों पुलिस वाले सस्पेंड हो गए हैं। अब वो मेरे को प्रेशर बना रहे हैं कि तुम केस वापस ले लो, नहीं तो तुम कुछ कर देंगे। अभी भी मेरे को थ्रेट्स आ रही हैं। तो ये पुलिस मतलब गुंडागर्दी से पूरे आ चुकी है। ये कॉन्स्टिट्यूशन को पूरा दबाना चाहते हैं, ये लॉ एंड ऑर्डर को कुछ नहीं फॉलो कर रहे हैं कि ये ही इज़ गॉड, वो अपने आप को परमात्मा समझते हैं। आपा जो किया सही किया। ਇਹ ਤਾਂ ਖੁਸ਼ਕਿਸਮਤੀ ਸੀਗੀ ਸਾਡੇ ਭਰਾ ਦੀ ਕਿ ਇਹਦੇ ਘਰ CCTV ਕੈਮਰੇ ਲੱਗੇ ਹੋਏ ਸੀਗੇ। ਜੋ ਪੂਰੀ ਇਲੀਗਲ ਐਕਟੀਵਿਟੀ ਪੁਲਿਸ ਵਾਲਿਆਂ ਨੇ ਗੁੜਗਾਉਂ ਪੁਲਿਸ ਨੇ ਕੀਤੀ ਹੈ, ਉਹ ਸਾਰੀ ਉੱਥੇ ਰਿਕਾਰਡ ਹੋਈ ਹੈ। ਕੋਰਟ ਨੇ ਉਹ ਵੀਡੀਓ ਦੇਖੀ ਹੈ ਐਂਡ ਵੀ ਆਰ ਗ੍ਰੇਟਫੁਲ ਟੂ ਆਰ ਜੁਡੀਸ਼ੀਅਲ ਸਿਸਟਮ ਟੂ ਦੀ ਜੱਜਸ। ਉਹਨਾਂ ਨੇ ਇਸ ਚੀਜ਼ ਦਾ ਕੋਗਨੀਜੈਂਸ ਲਿੱਤਾ ਹੈ ਤੇ ਅੱਛੇ ਆਰਡਰ ਪਾਸ ਕਰ ਰਹੀ ਹੈ। ਤੇ ਸਾਡੇ ਹੁਣ ਇਹ ਇੱਕ ਟਾਈਮ ਆ ਗਿਆ ਹੈ ਕਿ ਸਾਨੂੰ ਵਕੀਲ ਭਾਈਚਾਰੇ ਨੂੰ ਵੀ ਹੁਣ ਜਾਗਰੂਕਤਾ ਬਹੁਤ ਜ਼ਰੂਰੀ ਹੋ ਗਈ ਹੈ, ਸਪੈਸ਼ਲੀ ਯੰਗਸਟਰਸ ਨੂੰ, ਕਿ ਆਪਾਂ ਨੂੰ ਕੀ ਰਾਈਟ ਕਨਸਟੀਟਿਊਸ਼ਨ ਨੇ ਪ੍ਰੋਵਾਈਡ ਕੀਤੇ ਹੈ ਐਜ਼ ਐਨ ਐਡਵੋਕੇਟ, ਤੇ ਆਪਾਂ ਉਹਨਾਂ ਦੀ ਖੰਡਤਾ ਨਹੀਂ ਹੋਣ ਦੇਣੀ। ਤੇ ਇਸ ਲਈ ਸਾਡੀ ਵਰਕ ਸਸਪੈਂਡ ਤਾਂ ਤੱਕ ਰਹੇਗਾ ਜਦ ਤੱਕ ਸਾਨੂੰ ਕੋਈ ਇਹਦੇ 'ਚ ਕੋਈ ਆਸ਼ਵਾਸਨ ਜਾਂ ਕੋਈ ਐਸਾ ਕੋਈ ਠੋਸ ਨਹੀਂ ਮਿਲ ਜਾਂਦਾ, ਕਿਉਂਕਿ ਵਕੀਲਾਂ ਦੀ ਅਖੰਡਤਾ ਤੇ ਅਟੈਕ ਹੁੰਦਾ ਆ ਰਿਹਾ। ਹੁਣ ਤੋਂ ਨਹੀਂ, ਆ ਪਿਛਲੇ 1 ਸਾਲ 'ਚ ਤਾਂ ਆਲ ਓਵਰ ਇੰਡੀਆ ਲਾਇਰਸ ਦੇ ਉੱਤੇ ਬਹੁਤ ਜ਼ਿਆਦਾ ਐਟਰੋਸਿਟੀਜ਼ ਹੋ ਰਹੀਆਂ ਨੇ। ਸ਼ੈਲੀ ਸ਼ਰਮਾ ਦੀ ਗੱਲ ਕਰ ਲਈਏ ਤਾਂ ਉਹਨਾਂ ਦੇ ਕੋਲੋਂ ਫੋਨ ਲੈ ਕੇ ਗਈ, ਜਿਵੇਂ NIA ਹੋਰ ਵੀ ਕੋਈ ਡਾਕੂਮੈਂਟ ਉੱਥੋਂ ਜਿਹੜੇ ਹੈ ਕੇਸ ਨਾਲ ਜੁੜਦੇ ਹੋਏ ਕੁਝ ਲੈ ਕੇ ਗਏ, ਜਾਂ ਉਹਨਾਂ ਖੰਗਾਲੇ ਆ ਤੁਹਾਨੂੰ ਵਾਪਸ ਕਰ ਦਿੱਤੇ ਗਏ? ਜਿਹੜਾ ਸਰਚ ਮੀਮੋ ਆਇਆ ਹੈ ਉਹਨਾਂ ਦਾ, ਉਹਦੇ ਵਿੱਚ ਉਹਨਾਂ ਨੇ ਬੜੇ ਕਲੀਅਰਲੀ ਲਿਖਿਆ ਕਿ ਅਸੀਂ ਸਿਰਫ ਇਹ 2 ਫੋਨ ਦੇ ਇਲਾਵਾ ਕੁਝ ਨਹੀਂ ਲੈ ਕੇ ਜਾ ਰਹੇ, ਵਿਚ ਕੰਪਲੀਟਲੀ ਸ਼ੋਜ਼ ਕਿ ਉਹਨਾਂ ਦੇ ਖਿਲਾਫ ਹੋਰ ਕੁਝ ਡਾਕੂਮੈਂਟ ਨਾ ਮਿਲਿਆ, ਨਾ ਉਹਨਾਂ ਦੇ ਕੋਲ ਹੋਰ ਕੋਈ ਚੀਜ਼ ਮਿਲੀ। ਉਹਨਾਂ ਨੂੰ ਕਨੈਕਟ ਕਰਦੇ ਹੋਏ ਸਿਰਫ ਸ਼ੱਕ ਦੇ ਬਿਨਾਂ ਤੇ ਉਹਨਾਂ ਨੇ ਇਹ 2 ਫੋਨ ਲੈ ਕੇ ਗਏ ਨੇ ਵਿਦਆਊਟ ਐਨੀ ਰੀਜ਼ਨ ਔਰ ਰਾਈਮ। 2 ਦਿਨ ਤੋਂ ਵੱਧ ਸਮਾਂ ਹੋ ਚੁੱਕਿਆ ਆ, ਹੁਣ ਵਕੀਲ ਭਾਈਚਾਰਾ ਕੀ ਚਾਹੁੰਦਾ ਆ? ਵਕੀਲ ਭਾਈਚਾਰਾ ਇਹੀ ਚਾਹੁੰਦਾ ਹੈ ਕਿ ਇੱਕ ਤਾਂ ਅੱਗੇ ਤੋਂ ਇਹ ਚੀਜ਼ਾਂ ਹੋਣੀਆਂ ਬੰਦ ਹੋਣ, ਗਾਈਡਲਾਈਨਸ ਫਰੇਮ ਹੋਣ ਬਾਏ ਦੀ ਸੈਂਟਰਲ ਗਵਰਨਮੈਂਟ ਔਰ ਬਾਏ ਸਟੇਟ ਗਵਰਨਮੈਂਟ ਔਰ ਬਾਏ ਜੁਡੀਸ਼ੀਅਲ ਅਥਾਰਟੀ। ਕੋਈ ਗਾਈਡਲਾਈਨਸ ਆਨ ਕਿ ਲਾਇਰ ਦੇ ਘਰ ਅਗਰ ਰੇਡ ਕਰਨੀ ਜਾਂ ਕੁਝ ਕਰਨਾ ਹੈ ਕਿ ਦੇयर शुड बी सम प्रोसीजर, सम जुडिशियल जजेस और समथिंग, सम कमेटी शुड बी देयर, ਤਾਂ ਕਿ ਇੱਕ ਫੇਅਰਨੈਸ ਆਵੇ ਉਸ ਚੀਜ਼ 'ਚ। ਕਿਉਂਕਿ ਅਸੀਂ ਵਕੀਲ ਭਾਈਚਾਰੇ, ਵਕੀਲ ਜਿਹੜੇ ਨੇ ਉਹ ਹਰ ਇੱਕ ਤਰ੍ਹਾਂ ਦੇ ਬੰਦੇ ਨਾਲ ਡੀਲ ਕਰਦੇ ਨੇ, ਅਕਿਊਜ਼ ਨਾਲ ਵੀ ਡੀਲ ਕਰਦੇ ਨੇ, ਸ਼ਰੀਫ ਬੰਦੇ ਨਾਲ ਵੀ ਡੀਲ ਕਰਦੇ ਨੇ। ਤੇ ਇਟ ਇਜ਼ ਅ ਗੋਲਡਨ ਵਰਡ ਇਨ ਆਰ ਕਨਸਟੀਟਿਊਸ਼ਨ ਵਿਚ ਸੇਜ਼ ਗਿਲਟੀ ਅੰਟਿਲ ਪ੍ਰੂਵਨ। ਤੇ ਉਹ ਜਿਹੜਾ ਪ੍ਰੋਸੈਸ ਹੈ ਗਿਲਟੀ ਅੰਟਿਲ ਪ੍ਰੂਵਨ, ਉਹ ਟਰਾਇਲ ਤੋਂ ਬਾਅਦ ਹੁੰਦਾ ਹੈ।
ਜੇ ਆਪਾਂ ਟਰਾਇਲ ਦੇ ਵਿੱਚ ਹੀ ਆਪਾਂ ਲਾਇਰਸ ਤੇ ਹੀ ਦਬਾਅ ਪੈਣ ਲੱਗ ਜਾਏਗਾ ਤੇ ਫਿਰ ਟਰਾਇਲ ਮਿਲ ਹੀ ਨਹੀਂ ਸਕਦੀ ਕਿਸੇ ਨੂੰ। ਹੁਣ ਹੜਤਾਲ ਕਿੰਨੇ ਦਿਨ ਤੱਕ ਜਾਰੀ ਰੱਖੋਗੇ ਜਾਂ ਪ੍ਰਦਰਸ਼ਨ ਹੋਰ ਤਿੱਖਾ ਕੀਤਾ ਜਾਏਗਾ ਤੁਹਾਡੇ ਵੱਲੋਂ? ਦੇਖੋ ਜੀ, ਡੀਜੀ ਐਨਆਈਏ ਨੂੰ ਰਿਪਰੈਜ਼ੈਂਟੇਸ਼ਨ ਦੇਤੀ ਗਈ ਹੈ, ਉਹਨਾਂ ਦੇ ਜਵਾਬ ਦੀ ਵੇਟ ਕੀਤੀ ਜਾ ਰਹੀ ਹੈ। ਦੇਖੋ ਉਹ ਜਦੋਂ ਕੀ ਜਵਾਬ ਦਿੰਦੇ ਨੇ ਉਸ ਦੇ ਬੇਸਿਸ ਤੇ ਫਰਦਰ ਐਕਸ਼ਨ ਵਿਲ ਬੀ ਟੇਕਨ ਬਾਈ ਦੀ ਐਗਜ਼ੈਕਟਿਵ। ਥੈਂਕ ਯੂ। ਸੋ ਇਹ ਸੀ ਮੇਰੇ ਨਾਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਐਡਵੋਕੇਟਸ, ਗੱਲਬਾਤ ਕੀਤੀ ਗਈ ਹੈ ਐਡਵੋਕੇਟ ਸ਼ੈਲੀ ਸ਼ਰਮਾ ਦੇ ਘਰ ਐਨਆਈ ਨੇ ਰੇਡ ਮਾਰੀ ਸੀ, ਉਸ ਮਾਮਲੇ ਨੂੰ ਲੈ ਕੇ। ਤਸਵੀਰ ਜਿਹੜੀ ਹੈ ਤੁਸੀਂ ਦੇਖ ਸਕਦੇ ਹੋ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀ ਤਸਵੀਰ ਹੈ, ਜਿਹੜਾ ਮੋਰਚਾ ਐਡਵੋਕੇਟਸ ਵੱਲੋਂ ਖੋਲ੍ਹਿਆ ਗਿਆ ਹੈ। ਹਾਲਾਂਕਿ ਜੋ ਕੇਸ ਨੇ ਉਹ ਵੀ ਪ੍ਰਭਾਵਿਤ ਹੋ ਰਹੇ ਨੇ, ਪਰ ਜਿਹੜੀਆਂ ਇਹਨਾਂ ਦੀਆਂ ਮੰਗਾਂ ਨੇ ਉਸ ਨੂੰ ਲੈ ਕੇ ਜਿਹੜਾ ਇਹਨਾਂ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ। 2 ਦਿਨ ਤੋਂ ਵੱਧ ਜਿਹੜਾ ਆ ਉਹ ਸਮਾਂ ਹੋ ਚੁੱਕਿਆ ਹੈ, ਪਰ ਗੱਲ ਕੀਤੀ ਜਾਵੇ ਤਾਂ ਐਡਵੋਕੇਟਸ ਦੀ, ਤਾਂ ਹੜਤਾਲ ਨੂੰ ਜਿੱਥੇ 2 ਦਿਨ ਤੋਂ ਵੱਧ ਸਮਾਂ ਹੋ ਚੁੱਕਿਆ ਹੈ ਤੇ ਉਹ ਮੰਗਾਂ ਜਿਹੜੀਆਂ ਨੇ ਉਹਨਾਂ ਮੰਗਾਂ ਨੂੰ ਲੈ ਕੇ ਜਿਹੜੇ ਨੇ ਹੜਤਾਲ ਕਰ ਰਹੇ ਨੇ। ਕੈਮਰਾਮੈਨ ਦੀਪਕ ਦੇ ਨਾਲ ਮੈਂ ਅਕਸ਼ਦੀਪ ਸਿੰਘ, ਔਨ 에ਅਰ, ਚੰਡੀਗੜ੍ਹ।